ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ। ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ ਦਾ ਰਾਹ ਅਪਣਾਇਆ ਜਾ ਰਿਹਾ ਹੈ। ਬੀਤੇ ਦਿਨੀ 3 ਕਿਸਾਨਾਂ ਵੱਲੋਂ ਫਿਰ ਖੁਦਕੁਸ਼ੀ ਕੀਤੀ ਗਈ ਹੈ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਾ ਕਿਸਾਨ ਲਗਾਤਾਰ ਖੁਦਕੁਸ਼ੀਆਂ ਦੇ ਰਾਹ ਹੈ। ਬੀਤੇ ਦਿਨੀ ਬੇਮੌਸਮੀ ਬਰਸਾਤ ਤੇ ਕਿਸਾਨਾਂ ਵੱਲੋਂ ਲਗਾਤਾਰ ਮੰਡੀਆਂ 'ਚ ਰੋਲਣਾ ਉਹਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਪਾਉਂਦਾ ਹੈ। ਤੁਹਾਡੀ ਇਸ ਬਾਰੇ ਕੀ ਟਿੱਪਣੀ ਹੈ? ਬੀਬਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬੀਤੇ ਦਿਨ 3 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਤੇ ਜਿਨ੍ਹਾਂ ਦੇ ਵਿੱਚ ਮੂਨਕ ਤੇ ਮਤਲਬ ਵੱਖੋ ਵੱਖਰੇ ਅਸੀਂ ਜੇ ਗੱਲ ਕਰੀਏ ਤੇ ਇਹ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ ਨੇ, ਚਾਹੇ ਉਹ ਕੱਲ੍ਹ ਵਾਲੀਆਂ ਘਟਨਾਵਾਂ ਨੇ ਤੇ ਚਾਹੇ ਇਸ ਤੋਂ ਪਹਿਲਾਂ ਵਾਪਰਦੀਆਂ ਘਟਨਾਵਾਂ ਨੇ। ਵਿਸ਼ੇਸ਼ ਰੂਪ ਦੇ ਵਿੱਚ ਇਸ ਵਾਰ ਜਿਹੜੀ ਹਾੜੀ ਦੀ ਫਸਲ ਜਦੋਂ ਪੱਕਣ ਦੇ ਕਿਨਾਰੇ ਆਈ ਤੇ ਉਸ ਤੋਂ ਬਾਅਦ ਬੇਮੌਸਮੀ ਬਰਸਾਤ ਆ ਜਿਹੜੀ ਉਹਦਾ ਫਸਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਉਹਦੇ ਤੋਂ ਬਾਅਦ ਇੱਕ ਕਿਸਾਨਾਂ ਦੇ ਵਿੱਚ ਇੱਕ ਜਿਹੜੀ ਨਿਰਾਸ਼ਤਾ ਦੀ ਲਹਿਰ ਚੱਲੀ, ਉਸ ਲਹਿਰ ਨੇ ਮਤਲਬ ਕਿਸਾਨਾਂ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਸੀ ਜਿਹੜਾ ਉਹ ਵਧਾਇਆ। ਸੋ ਉਸੇ ਰੁਝਾਨ ਸਦਕਾ ਇਹ ਜਿਹੜੀਆਂ ਸਾਡੇ ਸਾਹਮਣੇ ਘਟਨਾਵਾਂ ਆਈਆਂ ਨੇ ਬੀਤੇ ਦਿਨੀ 3 ਘਟਨਾਵਾਂ ਨੇ। ਜੇ ਅਸੀਂ ਉਹਨਾਂ ਦੀ ਗੱਲ ਕਰੀਏ ਕਿ ਜਿਹੜੀ ਪਹਿਲੀ ਘਟਨਾ ਵਾਪਰੀ ਆ ਨਵਾਂ ਸ਼ਹਿਰ ਦੇ ਨੇੜੇ ਪਿੰਡ ਸੂਰਾਪੁਰ 'ਚ, ਉੱਥੇ ਜਿਹੜਾ ਨਰਿੰਦਰਜੀਤ ਨਿੰਦਾ ਜਿਹੜਾ ਕਿਸਾਨ, ਉਹਦੇ ਸਿਰ ਮਤਲਬ ਜਿਹੜੀ ਸਾਡੇ ਕੋਲ ਜਾਣਕਾਰੀ ਆਈ ਆ ਕਿ ਉਹਦੇ ਸਿਰ 60 ਲੱਖ ਰੁਪਏ ਦਾ ਕਰਜ਼ਾ ਸੀ। ਪਰੰਤੂ ਜਦੋਂ ਇਸ ਵਾਰ ਦੀ ਜਿਹੜੀ ਉਹਦੀ ਫਸਲ ਸੀ ਉਹ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਗਈ ਤੇ ਉਹਦੇ ਮਨ ਦੇ ਵਿੱਚ ਜਿਹੜਾ ਖੌਫ ਸੀ ਆਪਦੇ ਕਰਜ਼ੇ ਨੂੰ ਲੈ ਕੇ ਕਿ ਮੈਂ ਪਹਿਲਾਂ ਹੀ 60 ਲੱਖ ਦਾ ਕਰਜ਼ਈ ਆ ਤੇ ਇਸ ਵਾਰ ਜਿਹੜੀ ਫਸਲ ਆ ਜਿਹੜੀ ਉਹ ਨੁਕਸਾਨੀ ਗਈ ਆ ਤੇ ਕਰਜ਼ੇ ਦੀ ਪੰਡ ਆ ਜਿਹੜੀ ਉਹ ਹੋਰ ਭਾਰੀ ਹੋ ਜਾਣੀ ਆ ਤੇ ਉਹ ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਜਾਣੀ ਆ ਕਿ ਮੇਰੇ ਤੋਂ ਉਤਾਰੀ ਨਹੀਂ ਜਾਣੀ। ਸੋ ਉਸ ਦਹਿਸ਼ਤ ਦੇ ਵਿੱਚ, ਉਸ ਖੌਫ ਦੇ ਵਿੱਚ ਉਸ ਵਿਅਕਤੀ ਨੇ, ਨਿੰਦੇ ਨੇ, ਜਿਹੜਾ ਨਵਾਂ ਸ਼ਹਿਰ ਦੀ ਅਸੀਂ ਗੱਲ ਕਰ ਰਹੇ ਹਾਂ, ਉਹਨੇ ਖੁਦਕੁਸ਼ੀ ਕਰ ਲਈ ਫਾਹਾ ਲੈ ਕੇ। ਸੋ ਅਗਲੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਆ ਉਹ ਧੂਰੀ ਨੇੜਲਾ ਪਿੰਡ ਆ ਜਿਹੜਾ ਕਹੇਰੂ, ਉੱਥੋਂ ਦਾ ਕਿਸਾਨ ਆ ਜਿਹੜਾ ਜਸਵਿੰਦਰ ਸਿੰਘ। ਉਸ ਵਿਅਕਤੀ ਨੂੰ ਮਤਲਬ ਇਸ ਕਰਕੇ ਉਹਨੇ ਖੁਦਕੁਸ਼ੀ ਕਰ ਲਈ, ਇਸ ਕਰਕੇ ਉਹਨੇ ਜ਼ਹਿਰ ਪੀ ਲਈ ਕਿ ਉਹਦੀ ਜਿਹੜੀ ਫਸਲ ਸੀ ਉਹ, ਕਿਉਂਕਿ ਬਿਜਲੀ ਦੀਆਂ ਜਿਹੜੀਆਂ ਤਾਰਾਂ ਲੰਘ ਰਹੀਆਂ ਸੀ ਖੇਤ ਦੇ ਉੱਤਰੋਂ, ਉਹਨਾਂ ਦੀ ਸ਼ਾਰਟ ਸਰਕਟ ਹੋਣ ਦੇ ਕਾਰਨ, ਉਹ ਚੰਗਿਆੜਿਆਂ ਦੇ ਕਾਰਨ ਉਹਦੀ ਫਸਲ ਸੀ ਜਿਹੜੀ ਉਹ ਅੱਗ ਦੇ ਨਾਲ ਸੜ ਗਈ। ਸੋ ਜਿਹੜਾ ਕਿਸਾਨ ਪਹਿਲਾਂ ਕਰਜ਼ਈ ਆ ਤੇ ਉਹਦੀਆਂ ਆਸਾਂ ਉਮੀਦਾਂ ਤੇ ਜਦੋਂ ਆਸਾਂ ਉਮੀਦਾਂ ਪੂਰੀਆਂ ਹੋਣ ਵੱਲ, ਸਿਰੇ ਚੜ੍ਹਨ ਵੱਲ ਹੋਣ, ਉਦੋਂ ਗੜੇਮਾਰ ਹੋ ਜੇ ਤੇ ਉਹਦੇ ਵੱਲੋਂ ਬਰਦਾਸ਼ਤ ਕਰਨਾ ਬੜਾ ਔਖਾ। ਸੋ ਇਸ ਸਦਮੇ ਦੇ ਵਿੱਚ ਉਸ ਵਿਅਕਤੀ ਨੇ ਜਿਹੜੀ ਜ਼ਹਿਰ ਖਾ ਕੇ ਮਤਲਬ ਉਹ ਆਤਮ ਹੱਤਿਆ ਕਰ ਗਿਆ। ਤੇ ਤੀਸਰੀ ਘਟਨਾ ਜਿਹੜੀ ਸਾਡੀ ਮੋਗੇ ਨੇੜਲੇ ਪਿੰਡ ਸੈਦੋਕੇ ਦੀ ਆ, ਉੱਥੇ ਦਾ ਨੈਬ ਸਿੰਘ ਕਿਸਾਨ ਹੈ ਜਿਹੜਾ, ਉਹ 1 ਏਕੜ ਜ਼ਮੀਨ ਆ ਉਹਦੀ ਪਹਿਲੀ, ਉਹ 1 ਏਕੜ ਜ਼ਮੀਨ ਵੀ ਉਹਨੇ ਕਿਸੇ ਵਿਅਕਤੀ ਕੋਲ 2.5 ਲੱਖ 'ਚ ਗਹਿਣੇ ਰੱਖੀ ਹੋਈ ਆ ਤੇ 3 ਲੱਖ ਦਾ ਉਹ ਕਰਜ਼ਈ ਆ ਆਪਣੇ। ਇਸ ਕਾਰਨ ਜਦੋਂ ਉਹਦੀ ਫਸਲ ਨੁਕਸਾਨੀ ਗਈ ਤੇ ਉਸ ਵਿਅਕਤੀ ਤੋਂ ਵੀ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਉਹਨੇ ਵੀ ਮਤਲਬ ਜ਼ਹਿਰ ਖਾ ਕੇ, ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। ਸੋ ਇਹ 3 ਘਟਨਾਵਾਂ ਨੇ ਜਿਹੜੀਆਂ ਉਹ ਤਕਰੀਬਨ ਇੱਕ ਗੱਲ ਤੇ ਕੇਂਦਰਿਤ ਨੇ ਕਿ ਕਿਸਾਨ ਜਿਹੜਾ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਇੰਨਾ ਆ ਚੁੱਕਿਆ ਵਾ, ਇੰਨਾ ਉਹ ਕਰਜ਼ੇ ਥੱਲੇ ਦੱਬਿਆ ਹੋਇਆ ਕਿ ਹੋਰ ਜਦੋਂ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੇ ਕਰਜ਼ੇ ਦੀ ਪੰਡ ਆ ਜਿਹੜੀ ਉਹ ਹੋਰ ਭਾਰੀ ਹੋ ਜਾਣੀ ਆ ਤੇ ਉਹਨੂੰ ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਉਹਨੂੰ ਉਹ ਝੱਲਣ ਲਈ ਤਿਆਰ ਨਹੀਂ। ਤੇ ਇਸ ਕਾਰਨ ਇਹ ਜਿਹੜੀਆਂ ਖੁਦਕੁਸ਼ੀਆਂ ਨੇ, ਜਿਹੜੀਆਂ ਬੀਤੇ ਦਿਨੀ 3 ਖੁਦਕੁਸ਼ੀਆਂ ਹੋਈਆਂ ਨੇ, ਉਹ ਇਸ ਕਾਰਨ ਹੋਈਆਂ ਨੇ। ਤੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਆਖਰ ਨੂੰ ਕਿਸਾਨ ਇਸ ਰਸਤੇ, ਇਹ ਜਿਹੜਾ ਭਿਆਨਕ ਰਸਤਾ ਵਾ, ਜਿਹੜਾ ਦੁਖਦਾਈ ਰਸਤਾ ਵਾ, ਜਿਹੜਾ ਤਬਾਹੀ ਵਾਲਾ ਰਸਤਾ ਵਾ, ਔਰ ਜਿਸ ਗੱਲ ਦੀ ਸਾਨੂੰ ਗੁਰਬਾਣੀ ਆਗਿਆ ਨਹੀਂ ਦਿੰਦੀ, ਆਤਮ ਹੱਤਿਆ ਕਰਨ ਦੀ ਗੁਰਬਾਣੀ ਕਿਸੇ ਵਿਅਕਤੀ ਨੂੰ ਆਗਿਆ ਨਹੀਂ ਦਿੰਦੀ ਕਿ ਆਤਮ ਹੱਤਿਆ ਕਰਨੀ ਗੁਨਾਹ ਵੀ ਆ, ਬੁਜ਼ਦਿਲੀ ਵੀ ਆ। ਸੋ ਜਦੋਂ ਕੋਈ ਵਿਅਕਤੀ ਇਸ ਰਾਹ ਤੁਰਦਾ ਤਾਂ ਸਾਨੂੰ ਉਹਦੇ ਕਾਰਨ ਕੀ ਨੇ,
ਕਿਉਂ ਉਹ ਇਸ ਪਾਸੇ ਤੁਰਦਾ, ਉਹਦੀ ਮਾਨਸਿਕ ਅਵਸਥਾ ਇੰਨੀ ਨਿਘਾਰ 'ਚ ਕਿਉਂ ਚਲੀ ਜਾਂਦੀ ਆ। ਸੋ ਇਹ ਸਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿ ਅੱਜ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਇੰਨੀ ਡਾਮਾਡੋਲ ਹੋ ਚੁੱਕੀ ਆ। ਪੰਜਾਬ ਦਾ ਕਿਸਾਨ ਆ ਜਿਹੜਾ ਬਹੁ ਗਿਣਤੀ ਉਹ ਇੰਨਾ ਕਰਜ਼ਈ ਹੋ ਚੁੱਕਿਆ ਕਿ ਉਹ ਹੋਰ ਕਰਜ਼ੇ ਦੀ ਮਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੇ ਇਸ ਕਾਰਨ ਜਦੋਂ ਉਹਨੂੰ ਲੱਗਦਾ ਕਿ ਮੇਰੇ ਸਿਰ ਇਹ ਜਿਹੜੀ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਆ ਤੇ ਉਹ ਜਿਹੜਾ ਭਿਆਨਕ ਰਾਹ ਵਾ, ਜਿਹੜਾ ਪਾਪ ਦਾ ਰਾਹ ਵਾ, ਉਹ ਉਸ ਨੂੰ ਚੁਣਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਸੋ ਇਹ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ, ਇਸ ਪਾਸੇ ਸਾਡੇ ਲੋਕ ਚਿੰਤਤ ਨੇ, ਪਰੰਤੂ ਸਰਕਾਰਾਂ ਕਿਉਂਕਿ ਹਾਲੇ ਤੱਕ ਉਸ ਰੂਪ ਦੇ ਵਿੱਚ ਚਿੰਤਤ ਨਹੀਂ। ਤੇ ਇਸ ਸਮੱਸਿਆ ਦਾ ਹੱਲ ਆ ਜਿਹੜਾ ਕਿ ਕਰਜ਼ਾ ਜਿਹੜਾ ਕਿਸਾਨ ਸਿਰ ਆ, ਖੇਤ ਮਜ਼ਦੂਰ ਸਿਰ ਆ, ਉਸ ਕਰਜ਼ੇ ਦੀ ਪੰਡ ਨੂੰ ਹੌਲਾ ਕਰਨ ਦਾ ਕੀ ਢੰਗ ਤਰੀਕਾ ਲੱਭਿਆ ਜਾਵੇ। ਹਾਲੇ ਤੱਕ ਸਮੇਂ ਦੀਆਂ ਸਰਕਾਰਾਂ ਇਸ ਪਾਸੇ ਗੰਭੀਰ ਨਹੀਂ ਹੋਈਆਂ ਤੇ ਇਸ ਕਾਰਨ ਆਏ ਦਿਨ ਜਿਹੜਾ ਇਹ ਖੁਦਕੁਸ਼ੀਆਂ ਨੇ ਉਹ ਵੱਧ ਰਹੀਆਂ ਨੇ। ਪੰਜਾਬ 'ਚ ਕਿੰਨੇ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਦੇ ਹਨ? ਇਸ ਬਾਰੇ ਅੰਕੜੇ ਵੱਖ-ਵੱਖ ਹਨ, ਤੁਹਾਡੀ ਕੀ ਰਾਏ ਹੈ? ਇਹ ਬਿਲਕੁਲ ਠੀਕ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪੰਜਾਬ 'ਚ ਹੁਣ ਤੱਕ ਕਿੰਨੇ ਕਿਸਾਨ ਤੇ ਕਿੰਨੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਚੁੱਕੇ ਨੇ, ਖੁਦਕੁਸ਼ੀਆਂ ਕਰ ਚੁੱਕੇ ਨੇ। ਇਸ ਬਾਰੇ ਜਿਹੜੇ ਅੰਕੜੇ ਨੇ ਉਹ ਵੱਖ-ਵੱਖ ਨੇ। ਜੇ ਅਸੀਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੇ ਜਿਹੜੇ ਅੰਕੜੇ ਨੇ ਉਹ ਬਿਲਕੁਲ ਇਸ ਤਰ੍ਹਾਂ ਵਾ ਤੇ ਜਿਸ ਤਰ੍ਹਾਂ ਕੋਈ ਬੱਚਾ ਗੱਲ ਕਰਦਾ ਹੋਵੇ। ਉਹਨਾਂ ਦੇ ਅਨੁਸਾਰ ਪਿਛਲੇ 10 ਸਾਲਾਂ 'ਚ ਸਿਰਫ ਤੇ ਸਿਰਫ 126 ਕਿਸਾਨਾਂ ਨੇ ਕਰਜ਼ੇ ਕਾਰਨ ਖੁਦਕੁਸ਼ੀ ਹੈ ਜਿਹੜੀ ਕੀਤੀ ਆ। ਪਰੰਤੂ ਪੰਜਾਬ ਸਰਕਾਰ ਵੱਲੋਂ ਜਿਹੜੀਆਂ 3 ਯੂਨੀਵਰਸਿਟੀਆਂ ਨੇ, ਜਿਹੜੀਆਂ ਸਾਡੀਆਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਇਹਨਾਂ ਤਿੰਨਾਂ ਯੂਨੀਵਰਸਿਟੀਆਂ ਦੀ ਉਹਨਾਂ ਨੇ ਇੱਕ ਡਿਊਟੀ ਲਾਈ ਸੀ ਕਿ ਇਹ ਆਪੋ ਆਪਣੇ ਖਿੱਤਿਆਂ ਦੇ ਵਿੱਚ ਸਰਵੇਖਣ ਕਰਾਉਣ ਤਾਂ ਕਿ ਇਹ ਤੱਥ ਤੇ ਅੰਕੜੇ ਆ ਜਿਹੜੇ ਉਹ ਸਾਡੇ ਸਾਹਮਣੇ ਆ ਸਕਣ ਕਿ ਕਿੰਨੇ ਕਿਸਾਨ ਨੇ ਜਿਹੜੇ ਉਹ ਕਰਜ਼ੇ ਦੀ ਮਾਰ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਨੇ, ਸਿਵਿਆਂ ਦੇ ਰਾਹ ਜਾ ਚੁੱਕੇ ਨੇ। ਸੋ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਦੇ ਜਿਹੜੇ ਸਾਡੇ ਕੋਲ ਅੰਕੜੇ ਆਏ ਨੇ ਉਹ 2001 ਤੋਂ 2010 ਦੀ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਨੇ ਇਹ ਆਖਿਆ ਕਿ ਪੰਜਾਬ ਦੇ ਵਿੱਚ 6926 ਕਿਸਾਨ ਨੇ, ਜਿਹੜੇ 6926 ਕਿਸਾਨ ਇਹਨਾਂ 10 ਸਾਲਾਂ ਦੇ ਵਿੱਚ ਕਰਜ਼ੇ ਦੀ ਮਾਰ ਕਾਰਨ ਖੁਦਕੁਸ਼ੀਆਂ ਕਰ ਰਹੇ ਨੇ। ਸੋ ਜੇ ਅਸੀਂ ਦੂਸਰੀਆਂ ਸੰਸਥਾਵਾਂ ਨੇ, ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਜੇ ਅਸੀਂ ਉਹਨਾਂ ਦੀ ਗੱਲ ਕਰੀਏ, ਇੱਕ ਇੰਦਰਜੀਤ ਸਿੰਘ ਜੇਜੀ ਹੋਰਾਂ ਨੇ ਸੰਸਥਾ ਬਣਾਈ ਆ ਜਿਹਨੇ ਮੂਨਕ ਤਹਿਸੀਲ, ਲਹਿਰਾ ਤਹਿਸੀਲ ਤੇ ਬੁਢਲਾਡਾ ਬਲਾਕ ਇਹਨਾਂ ਦਾ ਉਹਨਾਂ ਨੇ ਸਰਵੇਖਣ ਕਰਾਇਆ ਕਿ ਇਹ ਇਸ ਖੇਤਰ ਦੇ ਵਿੱਚ ਸਿਰਫ ਇਹ ਜਿਹੜਾ ਮਾਲਵਾ ਬੈਲਟ ਦੇ ਸਿਰਫ 2 ਤਹਿਸੀਲਾਂ ਤੇ 1 ਬਲਾਕ। ਸੋ ਇਹ ਜਿਹੜਾ ਉੱਥੇ ਉਹਨਾਂ ਨੇ ਸਰਵੇਖਣ ਕਰਾਇਆ ਤੇ ਉਹਦੇ ਅਨੁਸਾਰ ਮਤਲਬ ਆ ਪਿਛਲੇ ਸਾਲਾਂ ਦੇ ਵਿੱਚ 2300 ਕਿਸਾਨ ਨੇ ਜਿਹੜੇ ਉਹ ਇਹਨਾਂ 2 ਤਹਿਸੀਲਾਂ 'ਚ ਤੇ 1 ਬਲਾਕ 'ਚ ਕੁੱਲ ਮਿਲਾ ਕੇ 2300 ਕਿਸਾਨ ਉੱਥੇ ਖੁਦਕੁਸ਼ੀਆਂ ਕਰ ਚੁੱਕੇ ਨੇ। ਬੜੀ ਹੈਰਾਨੀਜਨਕ ਗੱਲ ਆ, ਬੜੀ ਦੁਖਦਾਈ ਤੇ ਭਿਆਨਕ ਗੱਲ ਆ। ਜਿਹੜਾ ਤੱਥ ਆ, ਜਿਹੜਾ ਸੱਚ ਹੈ, ਔਰ ਇਹ ਬਹੁਤ ਭਿਆਨਕ ਸੱਚ ਵੀ ਆ ਕਿ ਮੂਨਕ ਨੇੜੇ ਪਿੰਡ ਆ ਇੱਕ ਬੱਲਰਾ, ਉਸ ਪਿੰਡ 'ਚ ਹੁਣ ਤੱਕ 93 ਕਿਸਾਨ ਨੇ ਜਿਹੜੇ ਉਹ ਖੁਦਕੁਸ਼ੀਆਂ ਕਰ ਚੁੱਕੇ ਨੇ। ਸੋ ਇਹ ਭਾਵੇਂ ਕਿ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਆ ਕਿ ਅੰਕੜੇ ਵੱਖੋ ਵੱਖਰੇ ਨੇ, ਪਰੰਤੂ ਜਿਹੜੀ ਗੱਲ ਸਾਡੇ ਸਾਹਮਣੇ ਆ ਰਹੀ ਆ ਉਹ ਇਹ ਆ ਕਿ ਤਸਵੀਰ ਬੇਹੱਦ ਭਿਆਨਕ ਕਾਲੀ ਆ। ਜਿਸ ਤਰ੍ਹਾਂ ਕਿਉਂਕਿ ਹੁਣ ਜੇ ਸਿਰਫ 2.5 ਬਲਾਕ ਤੇ 2 ਤਹਿਸੀਲਾਂ ਤੇ 1 ਬਲਾਕ ਜਾਣੀ ਦੀ 2.5 ਤਹਿਸੀਲਾਂ ਦੀ ਗੱਲ ਆ, ਉਸ ਦੇ ਅੰਕੜੇ ਨੇ ਜਿਹੜੇ ਉਹ 2300 ਤੱਕ ਪਹੁੰਚੇ ਹੋਏ ਨੇ ਕਿ ਉਹ 2 ਤਹਿਸੀਲਾਂ ਤੇ 1 ਬਲਾਕ 'ਚ 2300 ਕਿਸਾਨ ਨੇ ਤੇ ਇੱਕ ਪਿੰਡ ਦੇ ਵਿੱਚ 93 ਕਿਸਾਨ ਨੇ ਜਿਹੜੇ ਉਹ ਖੁਦਕੁਸ਼ੀਆਂ ਕਰ ਚੁੱਕੇ ਨੇ। ਸੋ ਇਹ ਬੜੀ ਭਿਆਨਕ ਤਸਵੀਰ ਆ ਕਿ 10 ਸਾਲਾਂ ਦੇ ਵਿੱਚ 6926 ਕਿਸਾਨ ਨੇ ਜਿਹੜੇ ਉਹ ਖੁਦਕੁਸ਼ੀਆਂ ਕਰ ਚੁੱਕੇ ਨੇ ਤੇ ਸਰਕਾਰ ਆ ਜਿਹੜੀ ਉਹ ਇਹਨਾਂ ਅੰਕੜਿਆਂ ਤੋਂ ਇਨਕਾਰੀ ਆ, ਉਹਦਾ ਅੰਕੜਿਆਂ ਨੂੰ ਮੰਨਣ ਤੋਂ ਇਨਕਾਰੀ ਆ। ਪਰੰਤੂ ਕਿਉਂਕਿ ਇਹ ਜਿਹੜੇ ਹੁਣ ਜੇ ਅਸੀਂ ਗੱਲ ਕਰੀਏ ਯੂਨੀਵਰਸਿਟੀਆਂ ਨੇ ਜਿਹੜੀਆਂ ਉਹ ਸਰਕਾਰ ਦੀਆਂ ਸੰਸਥਾਵਾਂ ਨੇ, ਸੋ ਇਹ ਸਰਕਾਰ ਦੀਆਂ ਸੰਸਥਾਵਾਂ ਵੱਲੋਂ ਹੀ ਤਿਆਰ ਕੀਤੇ ਅੰਕੜੇ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਤੇ ਪੰਜਾਬ ਦੇ ਕਿਸਾਨ ਸਿਰ ਇਸ ਵੇਲੇ ਜੇ ਅਸੀਂ ਸਰਕਾਰੀ ਅੰਕੜਿਆਂ ਦੀ ਗੱਲ ਵੀ ਕਰ ਲਈਏ ਤਾਂ 3500 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਕਿਸਾਨ ਸਿਰ ਆ। ਜਾਣੀ ਕਿ ਹਰ ਕਿਸਾਨ ਪਰਿਵਾਰ ਆ ਜਿਹੜਾ ਉਹ 3 ਲੱਖ ਦਾ ਕਰਜ਼ਈ ਹੈਗਾ ਇਸ ਵੇਲੇ, ਚਾਹੇ ਉਹ ਵੱਡਾ ਕਿਸਾਨ ਚਾਹੇ ਛੋਟਾ ਕਿਸਾਨ। ਜੇ ਅਸੀਂ ਇਹਨਾਂ ਦੀ ਔਸਤ ਕੱਢ ਲਈਏ ਤੇ ਹਰ ਕਿਸਾਨ ਪਰਿਵਾਰ ਆ ਜਿਹੜਾ ਉਹ ਘੱਟੋ ਘੱਟ 3 ਲੱਖ ਦਾ ਕਰਜ਼ਈ ਹੈਗਾ। ਇਹ ਸਰਕਾਰੀ ਅੰਕੜੇ ਬੋਲਦੇ ਨੇ, ਇਹਦੇ ਬਾਰੇ ਸਰਕਾਰ ਵੀ ਆ ਜਿਹੜੀ ਉਹ ਇਨਕਾਰ ਨਹੀਂ ਕਰ ਸਕਦੀ। ਕਿਸਾਨ ਆ ਜਿਹੜਾ ਉਹ ਸਹਿਕਾਰੀ ਸਭਾ ਜਿਹੜੀ ਪਿੰਡ ਦੀ ਉਹਦਾ ਵੀ ਕਰਜ਼ਈ ਆ, ਕਿਸਾਨ ਆ ਜਿਹੜਾ ਉਹ ਬੈਂਕਾਂ ਦਾ ਵੀ ਕਰਜ਼ਈ ਆ, ਕਿਸਾਨ ਆ ਜਿਹੜਾ ਉਹ ਆੜਤੀਏ ਦਾ ਵੀ ਕਰਜ਼ਈ ਆ, ਕਿਸਾਨ ਆ ਜਿਹੜਾ ਉਹ ਸ਼ਾਹੂਕਾਰ ਦਾ ਵੀ ਕਰਜ਼ਈ ਆ, ਕਿਸਾਨ ਆ ਜਿਹੜਾ ਉਹ ਦੁਕਾਨਦਾਰ ਦਾ ਵੀ ਕਰਜ਼ਈ ਆ। ਸੋ ਇਹ ਜੇ ਅਸੀਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਦੇਖੀਏ ਤਾਂ ਇਹ ਜਿਹੜੇ ਅੰਕੜੇ ਨੇ ਇਹ ਹੋਰ ਵੀ ਭਿਆਨਕ ਹੋਣਗੇ।
ਉਹਦਾ ਟਰੈਕਟਰ ਵੀ ਕਰਜ਼ੇ ਤੇ ਆ, ਉਹਦਾ ਮਸ਼ੀਨਰੀ ਪਾਰਟ ਆ ਜਿਹੜਾ ਉਹ ਵੀ ਕਰਜ਼ੇ ਤੇ ਆ, ਉਹਨੇ ਜੇ ਕੋਠੀ ਬਣਾਈ ਆ ਉਹ ਵੀ ਕਰਜ਼ਾ ਚੱਕ ਕੇ ਬਣਾਈ ਆ, ਉਹਨੇ ਜੇ ਧੀ ਪੁੱਤ ਦਾ ਵਿਆਹ ਕੀਤਾ ਉਹ ਵੀ ਕਰਜ਼ਾ ਚੱਕ ਕੇ ਕੀਤਾ। ਸੋ ਇਹ ਜਿਹੜੇ ਅਸੀਂ ਜੇ ਕੁੱਲ ਮਿਲਾ ਕੇ ਕਿਸਾਨ ਸਿਰ ਕਰਜ਼ੇ ਦੀ ਤਸਵੀਰ ਨੂੰ ਸਪਸ਼ਟ ਕਰੀਏ ਤਾਂ ਉਹ ਬੇਹੱਦ ਭਿਆਨਕ ਸਾਡੇ ਸਾਹਮਣੇ ਆਊਗੀ। ਪਰੰਤੂ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਗੱਲ ਕਰੀਏ, ਜਿਹੜਾ ਮੋਟੇ ਰੂਪ ਦੇ ਵਿੱਚ ਅੰਕੜੇ ਦੱਸਦੇ ਨੇ ਕਿ ਪੰਜਾਬ ਦਾ ਕਿਸਾਨ 3500 ਕਰੋੜ ਰੁਪਏ ਦਾ ਕਰਜ਼ਾਈ ਆ ਤੇ ਪਿਛਲੇ 10 ਸਾਲਾਂ ਵਿੱਚ 6926 ਜਾਣੀ ਤੇ 7000 ਕਿਸਾਨ ਆ ਜਿਹੜਾ ਉਹ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕਾ। ਅੱਜ ਦੀ ਤਾਰੀਖ ਦੇ ਵਿੱਚ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ, ਲਗਾਤਾਰ ਘਾਟੇ ਵੱਲ ਜਾ ਰਿਹਾ ਹੈ, ਪਰੰਤੂ ਸਰਕਾਰ ਇਸ ਨੂੰ ਘਾਟੇ ਤੋਂ ਲਾਹੇ 'ਚ ਬਦਲਣ ਦੇ ਲਈ ਕੀ ਤਬਦੀਲੀਆਂ ਕਰ ਰਹੀ ਹੈ? ਅਸੀਂ ਪਹਿਲਾਂ ਵੀ ਇਸ ਬਾਰੇ 2-4 ਵਾਰ ਗੱਲ ਕਰ ਚੁੱਕੇ ਹਾਂ ਕਿ ਖੇਤੀ ਹੈ ਜਿਹੜੀ, ਖਾਸ ਕਰਕੇ ਜਿਹੜਾ ਛੋਟਾ ਕਿਸਾਨ ਹੈ ਉਹਦੇ ਲਈ ਖੇਤੀ ਹੈ ਜਿਹੜੀ ਉਹ ਉਹਨੂੰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਖੇਤੀ ਕਿਸਾਨ ਨੂੰ ਖਾ ਰਹੀ ਆ। ਛੋਟੇ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਛੋਟੇ ਕਿਸਾਨ ਨੂੰ ਖੇਤੀ ਹੈ ਜਿਹੜੀ ਉਹ ਖਾਂਦੀ ਹੈ ਤੇ ਇਸੇ ਕਾਰਨ ਛੋਟਾ ਕਿਸਾਨ ਆ ਆਖਰ ਨੂੰ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ। ਜਿੱਥੋਂ ਤੱਕ ਗੱਲ ਇਹ ਆ ਕਿ ਜੇ ਜਿਸ ਤਰ੍ਹਾਂ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਵਾਅਦਾ ਕੀਤਾ ਸੀ ਕਿ ਕਿਸਾਨ ਆ ਜਿਹੜਾ ਉਹਦੀ ਫਸਲ ਤੇ ਜਿੰਨੀ ਲਾਗਤ ਆਉਂਦੀ ਆ ਉਸ ਲਾਗਤ ਤੋਂ ਘੱਟੋ ਘੱਟ ਉਹਨੂੰ 50% ਵੱਧ ਲਾਹਾ ਜਿਹੜਾ ਉਹ ਮਿਲਣਾ ਯਕੀਨੀ ਕੀਤਾ ਜਾਊਗਾ। ਸੋ ਜਿਸ ਦਿਨ ਇਹ ਗੱਲ ਸੱਚ ਸਾਬਤ ਹੋ ਜੂਗੀ, ਸੱਚਮੁੱਚ ਇਸ ਗੱਲ ਨੂੰ ਸਹੀ ਸਿੱਧ ਕਰ ਦਿੱਤਾ ਜਾਊਗਾ, ਉਸ ਦਿਨ ਅਸੀਂ ਕਹਿ ਦਾਂਗੇ ਕਿ ਖੇਤੀ ਆ ਜਿਹੜੀ ਉਹ ਲਾਹੇਵੰਦਾ ਧੰਦਾ। ਤੇ ਜੇ ਕਿਸਾਨ ਕੋਈ ਕਰਜ਼ੇ ਵਾਲੀ ਗੱਲ ਕਰਦਾ ਤਾਂ ਉਹਦੀ ਗਲਤੀ ਹੋ ਸਕਦੀ ਆ। ਖੇਤੀਬਾੜੀ ਦੀ ਗਲਤੀ ਨਹੀਂ, ਖੇਤੀਬਾੜੀ ਨੀਤੀ ਦੀ ਗਲਤੀ ਨਹੀਂ, ਦੇਸ਼ ਦੀਆਂ ਸਰਕਾਰਾਂ ਦੀ ਗਲਤੀ ਨਹੀਂ, ਪਰੰਤੂ ਜਦੋਂ ਤੱਕ ਜਿਹੜਾ ਕਿਸਾਨ ਨੂੰ ਆਪਣੀ ਫਸਲ ਦਾ ਲਾਗਤ ਮੁੱਲ ਆ ਜਿਹੜਾ, ਜਿਸ ਤਰ੍ਹਾਂ ਸਵਾਮੀਨਾਥਨ ਰਿਪੋਰਟ ਕਹਿੰਦੀ ਆ, ਤੇ ਜਦੋਂ ਤੱਕ ਉਹ ਖੇਤੀਬਾੜੀ ਦੇ ਮੁੱਲ ਨੂੰ ਬਾਜ਼ਾਰ ਦੀਆਂ ਕੀਮਤਾਂ ਨਾਲ ਨਹੀਂ ਜੋੜਿਆ ਜਾਂਦਾ ਉਦੋਂ ਤੱਕ ਇਹ ਜਿਹੜਾ ਖੇਤੀਬਾੜੀ ਆ ਉਹ ਲਾਹੇਵੰਦਾ ਧੰਦਾ ਨਹੀਂ ਬਣ ਸਕਦੀ। ਅਗਲੀ ਗੱਲ ਇਹ ਆ ਕਿ ਸਰਕਾਰ ਆ ਜਿਹੜੀ ਉਹ, ਜੇ ਅਸੀਂ ਦੇਖਦੇ ਹਾਂ ਕਿ ਉਹਨੇ ਪੰਜਾਬ ਦਾ ਕਿਸਾਨ ਆ ਜਿਹੜਾ ਉਹਨੂੰ ਝੋਨੇ ਤੇ ਕਣਕ ਦੇ ਫਸਲੀ ਚੱਕਰ ਦੇ ਵਿੱਚ ਉਲਝਾਤਾ, ਉਹਨੂੰ ਇਸ ਚੱਕਰ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਕਿ ਜਦੋਂ ਦੂਜੀਆਂ ਬਿਨ ਸਬੰਧਤਾ ਵਾਲੀਆਂ ਫਸਲਾਂ ਨੇ ਜੇ ਉਹ ਬੀਜੀਆਂ ਵੀ ਜਾਂਦੀਆਂ ਨੇ, ਉਹ ਪ੍ਰਚਾਰ ਕਰਕੇ ਉਹਨਾਂ ਨੂੰ ਲੈਣ ਦਾ ਉਹਨਾਂ ਦੀ ਸਹੀ ਤਰੀਕਿਆਂ ਦੇ ਵਿੱਚ ਮਾਰਕੀਟਿੰਗ ਨਹੀਂ ਹੁੰਦੀ। ਉਹ ਮਾਰਕੀਟ ਦੇ ਵਿੱਚ ਜਦੋਂ ਬਾਜ਼ਾਰ ਦੇ ਵਿੱਚ ਜਾ ਕੇ ਕਿਸਾਨ ਨੂੰ ਰੁਲਣਾ ਪੈਂਦਾ, ਉਹਨੂੰ ਪੂਰਾ ਮੁੱਲ ਨਹੀਂ ਮਿਲਦਾ, ਉਹ ਫੇਰ ਵਾਪਸ ਝੋਨੇ ਤੇ ਕਣਕ ਵੱਲ ਆ ਜਾਂਦਾ। ਸੋ ਜਦੋਂ ਤੱਕ ਜਿਹੜੀ ਅਸੀਂ ਗੱਲ ਕਰਦੇ ਹਾਂ ਕੈਸ਼ ਕ੍ਰੌਪਸ ਦੀ, ਯਾਨੀ ਦੀ ਨਗਦੀ ਦੇਣ ਵਾਲੀਆਂ ਫਸਲਾਂ, ਕਿ ਕਿਸਾਨ ਮੰਡੀ 'ਚ ਜਾਵੇ ਤੇ ਰੋਜ਼ਾਨਾ ਆਪਣੇ ਪੈਸੇ ਲੈ ਕੇ, ਚਾਹੇ ਉਹ ਸਬਜ਼ੀ ਆ, ਚਾਹੇ ਉਹ ਫਲ ਨੇ, ਚਾਹੇ ਇਸ ਤਰ੍ਹਾਂ ਦੀਆਂ ਹੋਰ ਤੇਲ ਬੀਜ ਨੇ, ਚਾਹੇ ਦਾਲਾਂ ਨੇ, ਸਰ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਡੇ ਸਾਹਮਣੇ ਹੈਗਾ ਕਿ ਜਿਹੜੀਆਂ ਕੈਸ਼ ਕ੍ਰੌਪਸ ਨੇ, ਜਦੋਂ ਤੱਕ ਉਹਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ, ਉਹਨਾਂ ਦੀ ਮਾਰਕੀਟਿੰਗ ਹੈ ਜਿਹੜੀ ਉਹਨੂੰ ਯਕੀਨੀ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਇਹ ਜਿਹੜੀ ਖੇਤੀਬਾੜੀ ਆ ਇਹ ਲਾਹੇਵੰਦਾ ਸੌਦਾ ਨਹੀਂ ਬਣ ਸਕਦੀ। ਸੋ ਅੱਜ ਲੋੜ ਇਹ ਆ ਕਿ ਖੇਤੀਬਾੜੀ ਨੂੰ, ਚਾਹੇ ਮਤਲਬ ਇਸ ਬਾਰੇ ਪਹਿਲੀ ਗੱਲ ਜਿਵੇਂ ਮੈਂ ਬਾਰ-ਬਾਰ ਕਹਿੰਦਾ ਕਿ ਜਦੋਂ ਤੱਕ ਦੇਸ਼ ਦੀ ਜਾਂ ਸੂਬੇ ਦੀ ਖੇਤੀਬਾੜੀ ਪ੍ਰਤੀ ਠੋਸ ਨੀਤੀ ਤਿਆਰ ਨਹੀਂ ਹੁੰਦੀ ਉਦੋਂ ਤੱਕ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਅਸੀਂ ਜਿੰਨੀ ਦੇਰ ਮਰਜ਼ੀ ਕਰੀ ਜਾਈਏ, ਇਹਨਾਂ ਗੱਲਾਂ ਦਾ ਬਹੁਤਾ ਅਰਥ ਨਹੀਂ। ਸੋ ਇਹ ਜਿਹੜੀ ਸਾਡੇ ਸਾਹਮਣੇ ਗੱਲ ਆਈ ਆ, ਪਹਿਲੇ ਸਵਾਲ ਦੇ ਵਿੱਚ ਜਿਹੜੀ ਇੱਕ ਗੱਲ ਮੇਰੇ ਮਤਲਬ ਹੁਣ ਜ਼ਿਹਨ ਦੇ ਵਿੱਚ ਆ ਰਹੀ ਆ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਅੰਕੜੇ ਕੀ ਕਹਿੰਦੇ ਨੇ ਕਿ ਕਿੰਨੇ ਕਿਸਾਨ ਹੁਣ ਤੱਕ ਖੁਦਕੁਸ਼ੀ ਕਰ ਚੁੱਕੇ ਨੇ, ਭਾਵੇਂ ਕਿ ਸਰਕਾਰ ਆ ਜਿਹੜੀ ਉਹ ਬਹੁਤ ਛੋਟਾ ਅੰਕੜਾ ਵਾ ਜਿਹੜਾ ਉਹ ਦੱਸ ਰਹੀ ਆ, ਪਰੰਤੂ ਸਰਕਾਰ ਦਾ ਇੱਕ ਅੰਕੜਾ ਹੋਰ ਵੀ ਆ ਕਿ ਜਿਹੜੇ ਕਿਸਾਨ, ਪੀੜਤ ਕਿਸਾਨ ਨੇ, ਸਰਕਾਰ ਨੇ ਐਲਾਨ ਕੀਤਾ ਹੋਇਆ ਕਿ ਜੇ ਕੋਈ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰ ਲੈਂਦਾ ਉਹਨੂੰ 2 ਲੱਖ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਣਾ। ਉਹਦੇ 'ਚ ਵਾਧੇ ਦੀ ਗੱਲ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ, ਪਰੰਤੂ ਸਰਕਾਰੀ ਅੰਕੜੇ ਇਹ ਕਹਿੰਦੇ ਨੇ ਕਿ ਹੁਣ ਤੱਕ ਜਿਹੜੇ 6000 ਪੀੜਤ ਪਰਿਵਾਰ ਨੇ, ਇਹਦਾ ਮਤਲਬ ਸਰਕਾਰ ਇਹ ਮੰਨਦੀ ਆ ਕਿ 6000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ, ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ 4688 ਨੂੰ ਸਰਕਾਰੀ ਅੰਕੜੇ ਇਹ ਦੱਸਦੇ ਨੇ ਕਿ ਹੁਣ ਤੱਕ ਸਰਕਾਰੀ ਖਜ਼ਾਨੇ 'ਚੋਂ 4688 ਪੀੜਤ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਦਾ ਵਿਅਕਤੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕਾ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ। ਸੋ ਇਹ ਜਿਹੜੀ ਗੱਲ ਸਾਡਾ ਇਹ ਸਵਾਲ ਸੀ ਮੁੱਖ ਰੂਪ ਦੇ ਵਿੱਚ ਕਿ ਜਦੋਂ ਤੱਕ ਖੇਤੀਬਾੜੀ ਨੂੰ ਲਾਹੇਵੰਦੇ ਧੰਦੇ 'ਚ ਨਹੀਂ ਬਦਲਿਆ ਜਾਂਦਾ ਉਦੋਂ ਤੱਕ ਇਹ ਜਿਹੜੀ ਸਾਡੇ ਸਾਹਮਣੇ ਬੜੀ ਗੰਭੀਰ ਤੇ ਬੜੀ ਦਰਦਨਾਕ ਤੇ ਬੜੀ ਹੌਲਨਾਕ ਸਥਿਤੀ ਆ ਕਿ ਕਿਸਾਨ ਕਰਜ਼ੇ ਕਾਰਨ ਫਾਹਾ ਲੈਣ ਵੱਲ ਤੁਰਦਾ, ਉਦੋਂ ਤੱਕ ਅਸੀਂ ਇਹਨੂੰ ਸ਼ਾਇਦ ਠੱਲ ਨਹੀਂ ਸਕਾਂਗੇ। ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕੀ ਸਥਿਤੀ ਹੈ? ਵੀ ਜਿਸ ਤਰ੍ਹਾਂ ਆਪਾਂ ਪਹਿਲੇ ਸਵਾਲ ਦੇ ਵਿੱਚ ਗੱਲ ਕਰ ਰਹੇ ਸੀ, ਹਾਲਾਂਕਿ ਮਤਲਬ ਇਹ ਇੱਕ ਬੜੀ ਅਜੀਬੋ-ਗਰੀਬ ਜਿਹੀ ਸਥਿਤੀ ਪੈਦਾ ਹੋ ਜਾਂਦੀ ਆ ਕਿ ਇੱਕ ਕਿਸਾਨ ਆ ਜਿਹੜਾ ਉਹ ਕਰਜ਼ੇ ਦੇ ਕਾਰਨ ਖੁਦਕੁਸ਼ੀ ਵੱਲ ਤੁਰਦਾ ਹੈ
ਤੇ ਜਦੋਂ ਉਹਦੇ ਲਈ ਪੂਰੇ ਪਰਿਵਾਰ ਲਈ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਆ, ਉਸ ਪੀੜਤ ਪਰਿਵਾਰ ਨੂੰ ਮਤਲਬ ਇੱਕ ਉਹ ਮਤਲਬ ਠੁੰਮਣਾ ਵਾ ਜਿਹੜਾ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਕਮਾਊ ਮੁਖੀ ਚਲਿਆ ਜਾਂਦਾ। ਉਸ ਤੋਂ ਬਾਅਦ ਪਰਿਵਾਰ ਆ ਜਿਹੜਾ ਉਹ ਆਰਥਿਕ ਰੂਪ ਵਿੱਚ ਵੀ, ਮਾਨਸਿਕ ਰੂਪ ਵਿੱਚ ਵੀ, ਸਮਾਜਿਕ ਰੂਪ ਵਿੱਚ ਵੀ ਪੂਰੀ ਤਰ੍ਹਾਂ ਉਹ ਤਬਾਹੀ ਦੇ ਕਿਨਾਰੇ ਖੜਾ ਹੁੰਦਾ। ਸੋ ਉਸ ਵੇਲੇ ਉਹਨੂੰ ਸਹਾਰਾ ਦੇਣ ਦੇ ਲਈ ਇਹ ਜਿਹੜੀ ਮੁਆਵਜ਼ੇ ਦੀ ਮੰਗ ਆ ਜਿਹੜੀ ਉਹ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਮਨੁੱਖੀ ਜਥੇਬੰਦੀਆਂ ਨੇ ਜਿਹੜੀਆਂ ਉਹ ਕਰਦੀਆਂ ਨੇ। ਸਰਕਾਰ ਨੇ ਇਸ ਵੇਲੇ ਜਿਹੜਾ ਐਲਾਨ ਕੀਤਾ ਕਿ 2 ਲੱਖ ਦਾ ਮੁਆਵਜ਼ਾ ਜਿਹੜਾ ਉਹ ਉਸ ਪੀੜਤ ਪਰਿਵਾਰ ਨੂੰ ਦਿੱਤਾ ਜਾਵੇ। ਤੇ ਹੁਣ ਤੱਕ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਸੀ ਕਿ 6000 ਪੀੜਤ ਪਰਿਵਾਰ ਸਰਕਾਰ ਮੰਨ ਚੁੱਕੀ ਆ ਤੇ ਉਹਨਾਂ ਦੇ ਵਿੱਚੋਂ 4688 ਪੀੜਤ ਪਰਿਵਾਰਾਂ ਨੂੰ ਇਹ ਮੁਆਵਜ਼ਾ ਮਿਲਿਆ ਤੇ ਬਾਕੀਆਂ ਨੂੰ ਹਾਲੇ ਤੱਕ ਇਹ ਮੁਆਵਜ਼ਾ ਜਿਹੜਾ ਕਈ ਸਾਲ ਤੋਂ ਉਹਨਾਂ ਨੂੰ ਇਹ ਮੁਆਵਜ਼ਾ ਵੀ ਨਹੀਂ ਮਿਲਿਆ। ਸੋ ਸਰਕਾਰ ਆ ਜਿਹੜੀ ਉਹ ਇਸ ਮੁੱਦੇ ਤੇ ਸੰਵੇਦਨਸ਼ੀਲ ਨਹੀਂ ਹੈ ਕਿ ਕਿਸਾਨ ਆ ਜਿਹੜਾ, ਪਹਿਲੀ ਗੱਲ ਤਾਂ ਇਹ ਕਿ ਉਸ ਨੂੰ ਪੱਕੇ ਤੌਰ ਤੇ ਇਸ ਪਾਸੇ ਤੁਰਨ ਤੋਂ, ਖੁਦਕੁਸ਼ੀਆਂ ਵਾਲੇ ਪਾਸੇ ਤੁਰਨ ਤੋਂ ਰੋਕਣ ਦੇ ਯਤਨ ਨੇ, ਹਰ ਸੰਭਵ ਯਤਨ ਨੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਕਿ ਕਿਸਾਨ ਆ ਜਿਹੜਾ ਉਹ ਇਸ ਪਾਸੇ ਤੁਰਨ ਦੀ ਸੋਚ ਹੀ ਨਾ ਸਕੇ। ਸੋ ਉਹ ਗੱਲ ਆ ਜਿਹੜੀ ਸਭ ਤੋਂ ਵੱਧ ਜ਼ਰੂਰੀ ਆ ਕਿ ਜਿਹੜੀਆਂ ਨੀਤੀਆਂ ਨੇ ਉਹ ਇਸ ਤਰ੍ਹਾਂ ਦੀਆਂ ਬਣਾਈਆਂ ਜਾਣ ਕਿ ਕਿਸਾਨ ਆ ਜਿਹੜਾ ਉਹਦੇ ਸਿਰ ਕਰਜ਼ਾ ਜਿਹੜਾ ਉਹ ਨਾ ਵਧੇ। ਦੂਸਰੇ ਪਾਸੇ ਸਾਨੂੰ ਸਮਾਜਿਕ ਰੂਪ ਦੇ ਵਿੱਚ ਵੀ ਇਸ ਪਾਸੇ ਚੇਤੰਨ ਹੋਣਾ ਪਊਗਾ ਕਿ ਜਿਹੜੇ ਵਿਅਕਤੀ ਨੇ ਉਹ ਜਦੋਂ ਇਸ ਤਰ੍ਹਾਂ ਦਾ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟਦਾ ਤਾਂ ਉਹ ਮਾਨਸਿਕ ਰੂਪ ਵਿੱਚ ਇੰਨੇ ਕਿਉਂ ਟੁੱਟ ਜਾਂਦੇ ਨੇ। ਸੋ ਉਹਨਾਂ ਨੂੰ ਠੁੰਮਣਾ ਦੇ ਕੇ ਰੱਖਣ ਲਈ, ਕਿਉਂਕਿ ਤਾਂ ਕਿ ਉਹ ਦੁੱਖਾਂ ਦੇ ਨਾਲ ਇਸ ਸੰਘਰਸ਼ ਦੇ ਰਾਹੀਂ ਲੜਨ ਦੀ ਉਹਨਾਂ ਦੇ ਮਨ 'ਚ ਭਾਵਨਾ ਪੈਦਾ ਹੋਵੇ। ਸੋ ਉਹਨਾਂ ਦੇ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਸਮਾਜ 'ਚ ਜ਼ਰੂਰ ਸਿਰਜਣਾ ਚਾਹੀਦਾ। ਤੇ ਅਗਲੀ ਗੱਲ ਜਿਹੜੀ ਆਪਾਂ ਕਰ ਰਹੇ ਸੀ ਇਸ ਵੇਲੇ ਕਿ ਇਸ ਵੇਲੇ ਸਥਿਤੀ ਕੀ ਆ ਪੀੜਤ ਪਰਿਵਾਰਾਂ ਦੀ। ਸੋ ਸਰਕਾਰ ਆ ਜਿਹੜੀ ਉਹਨੂੰ ਚਾਹੀਦਾ ਕਿ ਉਹਨਾਂ ਦਾ ਤੁਰੰਤ ਜਿਹੜਾ ਮੁਆਵਜ਼ਾ, ਤੇ ਅਗਲੀ ਗੱਲ ਆ ਜਿਹੜੀ ਉਹ ਹਾਲੇ ਤੱਕ ਸਰਕਾਰ ਐਲਾਨ ਜ਼ਰੂਰ ਕਰ ਦਿੰਦੀ ਆ ਕਿ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ, ਪਰੰਤੂ ਸਰਕਾਰ ਨੇ ਹਾਲੇ ਤੱਕ ਇਸ ਪਾਸੇ ਇੱਕ ਵੀ ਪੀੜਤ ਪਰਿਵਾਰ ਦੇ ਵਿਅਕਤੀ ਨੂੰ ਨੌਕਰੀ ਦੇਣ ਦਾ ਉਪਰਾਲਾ ਨਹੀਂ ਕੀਤਾ। ਸੋ ਬਹੁਤ ਵੱਡੀ ਗੱਲ ਆ ਕਿ ਜੇ ਉਸ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਮਿਲ ਜਾਂਦੀ ਆ ਉਹਦੇ ਨਾਲ ਉਹ ਪਰਿਵਾਰ ਆ ਜਿਹੜਾ ਉਹ ਘੱਟੋ ਘੱਟ ਆਰਥਿਕ ਤਬਾਹੀ ਤੋਂ ਤਾਂ ਜ਼ਰੂਰ ਬਾਹਰ ਆ ਜਾਂਦਾ। ਸੋ ਸਰਕਾਰ ਨੂੰ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਤੇ ਦੂਸਰੇ ਪਾਸੇ ਸਾਡੇ ਸਮਾਜ ਨੂੰ ਇਸ ਤਰ੍ਹਾਂ ਦਾ ਮਾਹੌਲ ਸਿਰਜਣਾ ਚਾਹੀਦਾ। ਇੱਕ ਤਾਂ ਇਹ ਕਿ ਖੇਤੀਬਾੜੀ ਆ ਜਿਹੜੀ ਇਹਦੇ ਤੇ ਜਿਹੜੇ ਵਾਧੂ ਖਰਚੇ ਪੈ ਰਹੇ ਨੇ ਉਹਨਾਂ ਨੂੰ ਸਾਨੂੰ ਸਮੂਹਕ ਰੂਪ ਦੇ ਵਿੱਚ, ਜੇ ਅੱਜ ਅਸੀਂ ਦੇਖਦੇ ਹਾਂ ਕਿ ਵਿਆਹਾਂ ਤੇ ਜਿਹੜਾ ਬੇਲੋੜਾ ਖਰਚ ਹੁੰਦਾ ਉਸ ਤੇ ਅਸੀਂ ਸਮਾਜਿਕ ਰੂਪ ਦੇ ਵਿੱਚ ਇੱਕ ਰੋਕ ਲਾ ਸਕਦੇ ਹਾਂ, ਇੱਕ ਬੰਧਨ ਲਾ ਸਕਦੇ ਹਾਂ ਕਿ ਇਹ ਜਿਹੜਾ ਵਿਆਹ ਹੁੰਦਾ ਉਹਦੇ ਤੇ ਇਸ ਤੋਂ ਵੱਧ ਆ ਜਿਹੜਾ ਉਹ ਇਹਨਾਂ ਰੀਤਾਂ ਤੋਂ ਅੱਗੇ ਜਾ ਕੇ ਖਰਚਾ ਨਹੀਂ ਕਰਨਾ ਚਾਹੀਦਾ। ਇਵਨ ਕਿ ਇਸ ਵੇਲੇ ਕਿ ਮੌਤ ਦਾ, ਮਰਗ ਦਾ ਭੋਗ ਹੁੰਦਾ, ਅਸੀਂ ਉਹਦੇ ਤੇ ਇੰਨੇ ਖਰਚੇ ਹੋਣ ਲੱਗ ਪਏ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਬੇਲੋੜੇ ਖਰਚੇ ਸਮਾਜ ਦੇ ਵਿੱਚ ਵੱਧ ਰਹੇ ਨੇ, ਇਹਨਾਂ ਖਰਚਿਆਂ ਨੂੰ ਵੀ ਸਮਾਜ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਗਰੀਬ ਵਰਗ ਆ ਘੱਟੋ ਘੱਟ ਉਹ ਇਹਨਾਂ ਬੇਲੋੜੇ ਖਰਚਿਆਂ ਤੋਂ ਅਸੀਂ ਉਹਨੂੰ ਬਾਹਰ ਲੈ ਆਈਏ। ਸੋ ਇਹ ਸਾਰਾ ਕੁਝ ਆ ਜਿਹੜਾ ਇੱਕ ਪਾਸੇ ਸਾਨੂੰ ਆਰਥਿਕ ਸਥਿਤੀ ਆ ਜਿਹੜੀ, ਦੂਸਰੇ ਪਾਸੇ ਜਿਹੜੀ ਸਾਡੀ ਸਮਾਜਿਕ ਸਥਿਤੀ ਆ, ਤੀਸਰੇ ਪਾਸੇ ਜਿਹੜੀ ਸਾਡੀ ਰਾਜਸੀ ਸਥਿਤੀ ਆ ਕਿ ਸਾਡੀਆਂ ਸਰਕਾਰਾਂ ਕਿਹੋ ਜਿਹੀਆਂ ਨੇ, ਤੇ ਉਸ ਤੋਂ ਬਾਅਦ ਸਾਡੇ ਦੇਸ਼ ਦੀ ਆਰਥਿਕ ਸਥਿਤੀ ਕੀ ਆ, ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਮਾਜਿਕ ਸਥਿਤੀ ਆ, ਜਿਹੜਾ ਸਾਡਾ ਤਾਣਾ ਬਾਣਾ ਉਹ ਕੀ ਆ। ਸਾਨੂੰ ਇਹਨਾਂ ਸਾਰਿਆਂ ਦੇ ਵਿੱਚ ਕੁੱਲ ਮਿਲਾ ਕੇ ਸਾਨੂੰ ਇਹਨਾਂ ਸਾਰਿਆਂ ਦੇ ਵਿੱਚ ਸੁਧਾਰ ਦੀ ਲੋੜ ਆ ਤੇ ਸਾਨੂੰ ਉਸ ਸਥਿਤੀ ਦੇ ਵਿੱਚ ਲਿਆਉਣਾ ਪਊਗਾ ਆਪਣੇ ਆਪ ਨੂੰ, ਆਪਣੇ ਸਮਾਜ ਨੂੰ ਤੇ ਆਪਣੇ ਦੇਸ਼ ਨੂੰ, ਤਾਂ ਕਿ ਇਸ ਤਰ੍ਹਾਂ ਦੀ ਇੱਕ ਵਿਅਕਤੀ ਵੱਲੋਂ ਆਪਣੀ ਜਾਨ ਦੇ ਦੇਣੀ ਮੈਂ ਸਮਝਦਾ ਕਿ ਬਹੁਤ ਮਤਲਬ ਸਮਾਜ ਤੇ ਇੱਕ ਤਰ੍ਹਾਂ ਦਾ ਧੱਬੇ ਵਾਲੀ ਗੱਲ ਆ। ਸਾਨੂੰ ਇਸ ਨੂੰ ਰੋਕਣ ਲਈ ਜਿੰਨੇ ਵੀ ਯਤਨ ਕੀਤੇ ਜਾਣੇ ਚਾਹੀਦੇ ਨੇ ਉਨੇ ਥੋੜੇ ਆ। ਯੂਥ ਅਕਾਲੀ ਦਲ ਮੈਨੂੰ ਪੰਜਾਬ ਤੇ ਮਾਣ ਹੈ ਦਾ ਨਾਰਾ ਬੁਲੰਦ ਕਰ ਰਹੇ ਹਨ। ਯੂਥ ਅਕਾਲੀ ਦਲ ਕਿਸ ਪੰਜਾਬ ਤੇ ਮਾਣ ਕਰ ਰਿਹਾ ਹੈ? ਬੀਬਾ ਇਸ ਸਵਾਲ ਦਾ ਜਵਾਬ ਤਾਂ ਖੈਰ ਉਹੀ ਦੇ ਸਕਦੇ ਨੇ ਕਿ ਉਹ ਕਿਹੜੇ ਪੰਜਾਬ ਤੇ ਮਾਣ ਕਰ ਰਹੇ ਨੇ। ਉਹ ਸੁਖਬੀਰ ਬਾਦਲ ਵਾਲੇ ਪੰਜਾਬ ਤੇ ਮਾਣ ਕਰ ਰਹੇ ਨੇ, ਉਹ ਉਸ ਪੰਜਾਬ ਤੇ ਮਾਣ ਕਰ ਰਹੇ ਨੇ ਜਿਸ ਪੰਜਾਬ ਦੇ ਵਿੱਚ ਰੋਜ਼ਾਨਾ 3 ਕਿਸਾਨ ਨੇ ਜਿਹੜੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਉਹ ਉਸ ਪੰਜਾਬ ਤੇ ਮਾਣ ਕਰ ਰਹੇ ਨੇ ਜਿਸ ਪੰਜਾਬ ਦੇ ਵਿੱਚ ਹਰ 8 ਘੰਟਿਆਂ ਬਾਅਦ ਇੱਕ ਨਸ਼ੇੜੀ ਨੌਜਵਾਨ ਆ ਜਿਹੜਾ ਉਹ ਸਿਵਿਆਂ ਦੇ ਰਾਹ ਜਾ ਰਿਹਾ, ਉਹਦੀ ਮੌਤ ਹੋ ਰਹੀ ਆ। ਜਾਂ ਉਹ ਉਸ ਪੰਜਾਬ ਤੇ ਮਾਣ ਕਰ ਰਹੇ ਨੇ ਜਿਸ ਪੰਜਾਬ ਸਿਰ 113 ਲੱਖ ਕਰੋੜ ਰੁਪਏ ਦਾ ਕਰਜ਼ਾ। ਸੋ ਜਾਂ ਉਹ ਉਸ ਪੰਜਾਬ ਤੇ ਮਾਣ ਕਰ ਰਹੇ ਨੇ ਜਿਸ ਪੰਜਾਬ ਦੇ ਵਿੱਚ 40 ਲੱਖ ਨੌਜਵਾਨ ਆ ਜਿਹੜਾ ਉਹ ਬੇਰੁਜ਼ਗਾਰ ਘੁੰਮ ਰਿਹਾ।
ਸੋ ਮੈਨੂੰ ਮਤਲਬ ਮੇਰੀ ਸਮਝ ਤੋਂ ਇਹ ਗੱਲ ਬਾਰੀ ਹੈ ਕਿ ਇਸ ਵੇਲੇ ਉਹ ਕਿਹੜੇ ਪੰਜਾਬ ਤੇ ਮਾਣ ਕਰ ਰਹੇ ਨੇ। ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਗੱਲ ਕੀਤੀ ਆ ਕਿ ਅੱਜ ਪੰਜਾਬ ਦਾ ਕਿਸਾਨ ਆ ਜਿਹੜਾ ਉਹਦੇ ਸਿਰ ਘੱਟੋ ਘੱਟ ਹਰ ਕਿਸਾਨ ਪਰਿਵਾਰ ਦੇ 3 ਲੱਖ ਦਾ ਕਰਜ਼ਾ, ਤੇ ਸਾਡੇ ਕੋਲ ਅੰਕੜੇ ਜਿਹੜੇ ਨੇ ਇਹਨਾਂ ਸਰਕਾਰ ਦੀਆਂ ਯੂਨੀਵਰਸਿਟੀਆਂ ਦੇ ਕਿ 7000 ਕਿਸਾਨ ਆ ਜਿਹੜਾ ਉਹ 10 ਸਾਲਾਂ 'ਚ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕਾ। ਸੋ ਇਹ ਜਿਹੜੀ ਪੰਜਾਬ ਦੀ ਸਥਿਤੀ ਬਣੀ ਹੋਈ ਹੈ ਇਸ ਵੇਲੇ, ਪੰਜਾਬ ਇੱਕ ਭਿਆਨਕ ਦੌਰ 'ਚੋਂ ਗੁਜ਼ਰ ਰਿਹਾ ਵਾ, ਚਾਹੇ ਉਹ ਆਰਥਿਕ ਪੱਖ ਆ, ਚਾਹੇ ਉਹ ਸਮਾਜਿਕ ਆ, ਚਾਹੇ ਉਹ ਰਾਜਨੀਤਿਕ ਆ, ਚਾਹੇ ਉਹ ਸੱਭਿਆਚਾਰਕ ਆ, ਚਾਹੇ ਉਹ ਸਿਹਤ ਦਾ ਪੱਖ ਆ ਤੇ ਚਾਹੇ ਉਹ ਸਿੱਖਿਆ ਦਾ ਪੱਖ ਆ। ਸਿਹਤ ਦੀ ਗੱਲ ਕੀਤੀ ਆ ਤਾਂ ਇਹ ਉਹ ਪੰਜਾਬ ਆ ਜਿਸ ਪੰਜਾਬ 'ਚ ਹਰ 4 ਦਿਨਾਂ 'ਚ 5 ਮੌਤਾਂ ਕੈਂਸਰ ਤੇ ਕਾਲੇ ਪੀਲੇ ਕਾਰਨ ਹੋ ਰਹੀਆਂ ਨੇ। ਸੋ ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਵਸਦਾ ਪੰਜਾਬ ਸੀ, ਅੱਜ ਜਾਂ ਉਹ ਬਿਮਾਰਾਂ ਦਾ ਪੰਜਾਬ ਆ, ਜਾਂ ਉਹ ਨਸ਼ੇੜੀਆਂ ਦਾ ਪੰਜਾਬ ਆ, ਜਾਂ ਉਹ ਬੇਲੜਾਂ ਦਾ ਪੰਜਾਬ ਆ। ਫਿਰ ਅਜਿਹੇ ਪੰਜਾਬ ਤੇ ਮਾਣ ਆ ਜਿਹੜਾ ਉਹ ਸਿਰਫ ਤੇ ਸਿਰਫ ਸੁਖਵੀਰ ਦੀ ਉਹ ਸੈਨਾ ਹੀ ਕਰ ਸਕਦੀ ਹੈ, ਜਿਸ ਬਾਰੇ ਜਿਹੜਾ ਆਮ ਲੋਕ ਕਹਿੰਦੇ ਨੇ ਕਿ ਉਹ ਜਿਹੜੇ ਵੱਡੇ ਘਰਾਂ ਦੇ ਕਾਕੇ ਨੇ ਉਹ ਉਹਦੀ ਸੈਨਾ 'ਚ ਸ਼ਾਮਲ ਨੇ। ਤੇ ਉਹਨਾਂ ਲਈ ਤਾਂ ਮਾਣ ਵਾਲੀ ਗੱਲ ਹੈ। ਉਹਨਾਂ ਨੂੰ ਪਤਾ ਹੀ ਨਹੀਂ ਕਿ ਆਮ ਲੋਕ ਦਾ, ਆਮ ਪੰਜਾਬੀ ਦਾ ਦਰਦ ਕੀ ਆ, ਦੁੱਖ ਕੀ ਆ। ਸੋ ਇਹ ਜਿਹੜਾ ਯੂਥ ਅਕਾਲੀ ਦਲ ਦਾ ਨਾਅਰਾ ਹੈ, ਉਹਨਾਂ ਨੂੰ ਘੱਟੋ ਘੱਟ ਇੱਕ ਵਾਰੀ ਪੰਜਾਬ ਦਾ ਜਿਹੜਾ ਗਰੀਬ ਵਰਗ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਖੇਤ ਮਜ਼ਦੂਰ ਹੈ, ਘੱਟੋ ਘੱਟ ਉਹਨਾਂ ਦਾ ਆ ਕੇ ਜ਼ਰੂਰ ਉਹਨਾਂ ਨੂੰ ਸਹਾਰਾ ਵਾ ਜਿਹੜਾ ਉਹ ਦੇਖ ਲੈਣਾ ਚਾਹੀਦਾ ਕਿ ਉਹ ਕਿਹੜੀ ਸਥਿਤੀਆਂ ਦੇ ਵਿੱਚ ਉਹਨਾਂ ਦਾ ਜੀਵਨ ਆ, ਜਿਹੜਾ ਜੀਵਨ ਸ਼ੈਲੀ ਕਿਹੜੀਆਂ ਸਥਿਤੀਆਂ ਦੇ ਵਿੱਚੋਂ ਲੰਘ ਰਹੀ ਆ। ਸੋ ਜਦੋਂ ਉਹਨੂੰ ਉਹ ਨੇੜਿਓਂ ਹੋ ਕੇ ਦੇਖਣਗੇ ਤੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ ਉਹ ਪੰਜਾਬ ਨਹੀਂ ਜਿਸ ਪੰਜਾਬ ਦੀ ਉਹ ਗੱਲ ਕਰ ਰਹੇ ਨੇ। ਉਹ ਪੰਜਾਬ ਜਿਹੜਾ ਬੜਾ ਲੰਬਾ ਸਮਾਂ ਪਿੱਛੇ ਰਹਿ ਗਿਆ, ਜਿਹੜਾ ਗੁਰੂਆਂ ਦੇ ਨਾਮ ਵਸਦਾ ਪੰਜਾਬ ਸੀ। ਅੱਜ ਦਾ ਪੰਜਾਬ ਤਾਂ ਨਸ਼ੇੜੀਆਂ ਬੇਲੜਾਂ ਦਾ ਤੇ ਜਾਂ ਉਹ ਪੰਜਾਬ ਆ ਜਿਹੜਾ ਪੂਰੀ ਤਰ੍ਹਾਂ ਮਾਫੀਏ ਦੀ ਜਕੜ 'ਚ ਆ। ਸੋ ਇਸ ਪੰਜਾਬ ਤੇ ਮਾਣ ਮੈਨੂੰ ਲੱਗਦਾ ਕਿ ਇਸ ਕੋਈ ਸੱਚਾ ਪੰਜਾਬੀ ਤਾਂ ਨਹੀਂ ਕਰ ਸਕਦਾ। ਸੱਚਾ ਪੰਜਾਬੀ ਤਾਂ ਇਸ ਪੰਜਾਬ ਦੀ ਜੋ ਵਰਤਮਾਨ ਹਾਲਤ ਆ ਉਹਦੇ ਤੇ ਖੂਨ ਦੇ ਹੰਝੂ ਬਹਾ ਸਕਦਾ ਵਾ, ਉਹਦੀ ਚਿੰਤਾ ਕਰ ਸਕਦਾ, ਉਹਦੇ ਤੇ ਦੁਖੀ ਹੋ ਸਕਦਾ। ਇਸ ਤੋਂ ਵੱਧ ਸ਼ਾਇਦ ਉਹ ਹੋਰ ਕੁਝ ਨਹੀਂ ਕਰ ਸਕਦਾ। ਗੁਰਬਾਣੀ ਅਨੁਸਾਰ ਖੁਦਕੁਸ਼ੀ ਕਰਨਾ ਪਾਪ ਹੈ, ਪਰੰਤੂ ਫਿਰ ਵੀ ਅੱਜ ਸਿੱਖਾਂ ਵੱਲੋਂ ਜਾਂ ਕਿਸਾਨਾਂ ਵੱਲੋਂ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਖੁਦਕੁਸ਼ੀ ਕਿਉਂ ਹੋ ਰਹੀ ਹੈ, ਇਸ ਨੂੰ ਜਾਂਚਣ ਦੀ ਲੋੜ ਹੈ ਤੇ ਇਸ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ, ਤਾਂ ਜੋ ਇੱਕ ਕਿਸਾਨ ਕਦੇ ਖੁਦਕੁਸ਼ੀ ਦੇ ਰਾਹ ਨਾ ਪਵੇ, ਜਾਂ ਫਿਰ ਕੋਈ ਵੀ ਵਿਅਕਤੀ ਜੋ ਕਿਸੇ ਵੀ ਤਰ੍ਹਾਂ ਪੀੜਿਤ ਹੈ, ਚਾਹੇ ਉਹ ਕਿਸੇ ਮਾਫੀਆ ਵੱਲੋਂ ਹੈ ਜਾਂ ਫਿਰ ਸਰਕਾਰ ਵੱਲੋਂ ਪੀੜਿਤ ਹੈ, ਆਪਣੇ ਵੱਲੋਂ ਖੁਦਕੁਸ਼ੀ ਦਾ ਰਾਹ ਨਾ ਅਪਣਾ ਸਕੇ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।